ਉਹਨਾਂ ਨੂੰ ਚਾਹੀਦਾ ਆ ਕਿ ਇੱਦਾਂ ਦੇ ਮਰੀਜ਼ਾਂ ਨੂੰ ਇੱਧਰ ਉੱਧਰ ਲਿਜਾ ਕੇ ਟਾਈਮ ਖਰਾਬ ਕਰਾਉਣ ਨਾਲੋਂ ਮੈਂਟਲ ਹਸਪੀਟਲ ਲੈ ਕੇ ਆਉਣ। 70% to 80% ਪੇਸ਼ੈਂਟ ਠੀਕ ਹੋ ਜਾਂਦੇ ਆ, ਪਰ ਉਹਦੇ ਲਈ ਘਰ ਵਾਲਿਆਂ ਦੀ ਲੋੜ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਮਰੀਜ਼ਾਂ ਨੇ ਦਵਾਈ ਆਪ ਨਹੀਂ ਖਾਣੀ ਔਰ ਉਹਨਾਂ ਨੂੰ ਚਾਹੀਦਾ ਆ ਘਰ ਵਾਲਿਆਂ ਨੂੰ ਕੋ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਨੂੰ ਦਵਾਈਆਂ ਦੇਣ। ਜ਼ਿਆਦਾਤਰ ਜਿੰਨੇ ਵੀ ਮੈਂਟਲ ਪੇਸ਼ੈਂਟਸ ਹੁੰਦੇ ਆ ਉਹਨਾਂ ਦੇ ਘਰ ਵਾਲਿਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਜਾਣਾ ਕਿੱਥੇ ਆ। ਉਹ ਸਭ ਤੋਂ ਪਹਿਲਾਂ ਬਾਬਿਆਂ ਦੇ ਜਾਂਦੇ ਆ ਜਾਂ ਫਾਂਡਾ ਕਰਾ ਲੈਂਦੇ ਆ ਜਾਂ ਕੋਈ ਹੋਰ ਟ੍ਰੀਟਮੈਂਟ ਕਰਾ ਲੈਂਦੇ, ਕੋਈ ਆਯੁਰਵੈਦਿਕ ਚਲੇ ਜਾਂਦਾ, ਕੋਈ ਹੋਮਿਓਪੈਥਿਕ ਚਲਾ ਜਾਂਦਾ। ਉਹਦੇ ਨਾਲ ਉਹ ਕਾਫੀ ਟਾਈਮ ਖਰਾਬ ਕਰ ਲੈਂਦੇ ਆ। ਉਹਨਾਂ ਨੂੰ ਲੱਗਦਾ ਇਹਦਾ ਤਾਂ ਇਲਾਜ ਹੋਣਾ ਨਹੀਂ ਆ, ਅਤੇ ਕਈ ਵੈਸੇ ਹੀ ਮਰੀਜ਼ ਨੂੰ ਜੇ ਨਿਕਲ ਜਾਂਦਾ ਜਾਂ ਚਲੇ ਜਾਂਦਾ ਉਹ ਬਾਦਰ ਨਹੀਂ ਕਰਦੇ। ਕੁਝ ਐਸੇ ਪੇਸ਼ੈਂਟਸ ਵੀ ਹੋਣਗੇ ਤੁਹਾਡੇ ਕੋਲ ਜਿਨ੍ਹਾਂ ਦੇ ਤੇ ਪਰਿਵਾਰਕ ਮੈਂਬਰ ਮਿਲਣ ਆਉਂਦੇ, ਅਜਿਹੇ ਕਿੰਨੇ ਕੁ ਜਿਹੜੇ ਆਪਣੇ ਪੇਸ਼ੈਂਟ ਨੂੰ ਤੁਹਾਡੇ ਕੋਲ ਤੇ ਛੱਡ ਕੇ ਪਰ ਉਹਨੂੰ ਭੁੱਲ ਗਏ? ਸਾਡੇ ਕੋਲ ਇਸ ਵੇਲੇ ਮੈਂਟਲ ਹਸਪੀਟਲ 'ਚ 247 ਪੇਸ਼ੈਂਟਸ ਹੈਗੇ ਆ। ਜ਼ਿਆਦਾ ਤੋਂ ਜ਼ਿਆਦਾ 25 ਜਾਂ 30 ਪੇਸ਼ੈਂਟਸ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਮਿਲਣ ਆਉਂਦੇ ਆ, ਪਰ ਲੈ ਕੇ ਜਾਣ ਲਈ ਨਹੀਂ, ਸਿਰਫ ਮਿਲ ਕੇ ਚਲੇ ਜਾਂਦੇ ਆ। ਉਹ ਇਹ ਕਹਿ ਕੇ ਕਿ ਆਪਣੀ ਕੋਈ ਘਰੇਲੂ ਮਜਬੂਰੀਆਂ ਦੱਸ ਕੇ, ਕੋਈ ਇਹ ਕਹਿ ਦਿੰਦਾ ਘਰ ਪਿਤਾ ਜੀ ਨੂੰ ਕੈਂਸਰ ਹੈਗਾ, ਉਹਨਾਂ ਨੂੰ ਰੀੜ੍ਹ ਦੀ ਹੱਡੀ ਦੀ ਪਰੇਸ਼ਾਨੀ ਹੈਗੀ ਆ, ਜਾਂ ਕੋਈ ਦੇਖਣ ਵਾਲਾ ਨਹੀਂ ਹੈਗਾ, ਬਟ ਤੁਹਾਡੀ ਜ਼ਿੰਮੇਵਾਰੀ ਸਿਰਫ ਇੰਨੀ ਹੈਗੀ ਆ ਕਿ ਦਵਾਈ ਦੇਣ ਦੀ। ਪਰ ਉਹ ਕਈ ਇੱਦਾਂ ਦੇ ਹੈਗੇ ਜਿਹੜੇ ਇਹ ਜ਼ਿੰਮੇਵਾਰੀ ਵੀ ਚੱਕ ਕੇ ਰਾਜ਼ੀ ਨਹੀਂ ਹੈਗੇ। ਮੈਂਟਲ ਹਸਪੀਟਲ 'ਚ ਲਗਭਗ ਤੁਸੀਂ ਕਹਿ ਲਓ ਕਿ ਜੇ 257 ਮਰੀਜ਼ ਤੁਸੀਂ ਮੰਨ ਕੇ ਚੱਲੋ ਤਾਂ ਕਰੀਬ 200 ਮਰੀਜ਼ ਹੈਗੇ ਆ ਜਿਨ੍ਹਾਂ ਨੂੰ 5 ਤੋਂ 10 ਸਾਲ ਹੋ ਚੁੱਕੇ ਆ। ਪਰਮਾਨੈਂਟ ਜਿਹੜੇ ਜਿਨ੍ਹਾਂ ਦੇ ਪਰਿਵਾਰ ਨੇ ਕਦੀ ਆ ਕੇ ਹਾਲ ਵੀ ਨਹੀਂ ਪੁੱਛਿਆ ਹੀ ਨਹੀਂ। ਔਰ ਕਈ ਮਰੀਜ਼ਾਂ ਦੀ ਆਪਾਂ ਕੋਸ਼ਿਸ਼ ਵੀ ਕੀਤੀ, ਆਪਾਂ ਘਰ ਤੱਕ ਪਹੁੰਚ ਵੀ ਗਏ ਉਹਨਾਂ ਦੇ, ਪਰ ਉਹਨਾਂ ਨੇ ਲੈਣ ਤੋਂ ਮਨਾ ਕਰ। ਉਹਨਾਂ ਦਾ ਇਹੀ ਕਹਿਣਾ ਸੀਗਾ, ਕੁਛ ਨੇ ਇਹ ਹਵਾਲਾ ਦਿੱਤਾ ਕਿ ਸਾਡੇ ਕੋਲ ਆਪਣਾ ਰੋਟੀ ਖਾਣ ਦਾ ਜ਼ਰੀਆ ਨਹੀਂ ਹੈਗਾ, ਆਪਾਂ ਇਹਨਾਂ ਨੂੰ ਕੀ ਦੇਖੀਏ। ਕਈ ਇਹ ਕਹਿ ਕੇ ਪਿੱਛੇ ਹਟ ਗਏ ਕਿ ਬਈ ਇਹ ਘਰ ਆ ਗਿਆ ਤਾਂ ਇਹਨੇ ਕਿਸੇ ਨੂੰ ਮਾਰ ਦੇਣਾ। ਪਰਮਾਨੈਂਟ ਇੱਥੇ ਜਿਨ੍ਹਾਂ ਨੂੰ ਮਿਲਣ ਵੀ ਨਹੀਂ ਆਉਂਦੇ, ਉਹ ਕੀ ਠੀਕ ਹੋ ਗਏ ਨੇ, ਕਿ ਘਰ ਜਾਣ ਦੇ ਕਾਬਲ ਨੇ, ਕਿ ਜਾਂ ਜਾਣ-ਬੁੱਝ ਕੇ ਘਰ ਦੇ ਉਹਨਾਂ ਦੇ ਨਹੀਂ ਖੜਦੇ? ਨਹੀਂ, ਕਾਫੀ ਸਾਰੇ ਪੇਸ਼ੈਂਟਸ ਹੈਗੇ ਆ ਜਿਹੜੇ ਠੀਕ ਹੋ ਚੁੱਕੇ ਆ, ਔਰ ਕੁਛ ਹੈਗੇ ਆ ਜਿਹੜੇ ਜਿਨ੍ਹਾਂ ਵਿੱਚ 5-10% ਨੁਕਸ ਰਹਿ ਗਿਆ ਹੋਣਾ, ਬਟ ਉਹ ਮੈਨੇਜੇਬਲ ਹੈਗੇ, ਉਹਨਾਂ ਨੂੰ ਘਰ ਮੈਨੇਜ ਕੀਤਾ ਜਾ ਸਕਦਾ ਹੈ। ਪਰ ਘਰ ਵਾਲੇ ਆਪ ਹੀ ਸ਼ਾਇਦ ਇੰਨੀ ਚਿਰ ਤੋਂ ਉਹਨਾਂ ਨਾਲ ਨਹੀਂ ਰਹਿ ਰਹੇ, ਉਹਨਾਂ ਦਾ ਆਪ ਹੀ ਉਹਨਾਂ ਤੋਂ ਮੋਹ ਜਿਹੜਾ ਭੰਗ ਹੋ ਗਿਆ, ਇਮੋਸ਼ਨਲ ਖਤਮ ਹੋ ਚੁੱਕੀ ਆ। ਇਸ ਕਰਕੇ ਵੀ ਕਈ ਮਰੀਜ਼ ਸਾਡੇ ਵਾਪਸ ਆ ਗਏ ਕਿ ਘਰ ਕਿਸੇ ਨੇ ਸਾਨੂੰ ਪੁੱਛਿਆ ਨਹੀਂ, ਇਸ ਕਰਕੇ ਆਪਾਂ ਵਾਪਸ ਆ ਗਏ। ਕਿ ਉਹਨਾਂ ਵੱਲੋਂ ਵੀ ਕਦੀ ਡਿਮਾਂਡ ਕੀਤੀ ਗਈ ਤੁਹਾਨੂੰ ਕਿ ਉਹਨਾਂ ਦੇ ਪਰਿਵਾਰ ਨੂੰ ਮਿਲਾਇਆ ਜਾਏ ਜਾਂ ਪੁਰਾਣੇ ਦੋਸਤਾਂ ਨੂੰ ਮਿਲਾਇਆ ਜਾਏ? ਬਹੁਤ ਸਾਰੇ ਮਰੀਜ਼ ਹੈਗੇ ਆ ਇੱਦਾਂ ਦੇ ਜਿਹੜੇ ਕਹਿੰਦੇ ਆ ਕਿ ਸਾਰੇ ਪਰਿਵਾਰ ਨੂੰ ਬੁਲਾਓ, ਸਾਡੇ ਪਰਿਵਾਰ ਨਾਲ ਸਾਡਾ ਮੇਲ ਕਰਾਓ। ਆਪਾਂ ਉਹਨਾਂ ਨੂੰ ਫੋਨ ਵੀ ਕਰ ਦਿੰਦੇ ਆ। ਕਈਆਂ ਨੂੰ ਕੀਤਾ, ਉਹ ਕਹਿੰਦੇ ਅੱਜ ਆਏ ਕੱਲ੍ਹ ਆਏ, ਕਰਦੇ ਕਰਦੇ ਨਿਕਲ ਜਾਂਦੇ ਆ ਸਾਲ, ਤਾਂ ਕੋਈ ਵੜਦਾ ਹੀ ਨਹੀਂ ਹੈਗਾ। ਅਤੇ ਜਿੱਥੇ ਤੱਕ ਆ ਪਰਿਵਾਰ ਦੀ ਗੱਲ, ਆਪਾਂ ਹੀ ਉਹਨਾਂ ਦੇ ਪਰਿਵਾਰ ਹੈਗੇ ਆ, ਅੰਦਰ ਦਾ ਸਟਾਫ ਹੀ ਉਹਨਾਂ ਦਾ ਪਰਿਵਾਰ ਹੈਗਾ। ਆਪਾਂ ਅੰਦਰ ਹਰ ਤਿਉਹਾਰ ਮਨਾਉਂਦੇ ਆ। ਇੱਥੋਂ ਅਲੱਗ-ਅਲੱਗ ਸਟੇਟ ਤੋਂ ਸਟੂਡੈਂਟ ਆਉਂਦੇ ਆ, ਉਹ ਉਹਨਾਂ ਦੇ ਬੱਚਿਆਂ ਦੀ ਤਰ੍ਹਾਂ ਹੈਗੇ ਆ, ਉਹ ਮਰੀਜ਼ਾਂ ਨੂੰ ਇਨਵੋਲਵ ਰੱਖਦੇ ਆ। ਸਤਿ ਸ਼੍ਰੀ ਅਕਾਲ, ਔਨ 에ਅਰ ਨਾਲ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੂਥਰਾ। ਅੱਜ ਆਪਣੇ ਦਰਸ਼ਕਾਂ ਨੂੰ ਉਹਨਾਂ ਲੋਕਾਂ ਦੀ ਕਹਾਣੀ ਦਾ ਰੂਬਰੂ ਕਰਾਵਾਂਗੇ ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ। ਇੱਕ ਪਾਸੇ ਤਾਂ ਕੁਦਰਤ ਨੇ ਉਹਨਾਂ ਨੂੰ ਦਿਮਾਗ ਤੋਂ ਵਾਂਝਾ ਰੱਖਿਆ, ਦੂਸਰੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੇ ਪਰਿਵਾਰ ਨੇ ਔਰ ਚੰਗੇ ਪਰਿਵਾਰ ਨੇ, ਜਦੋਂ ਉਹਨਾਂ ਨੂੰ ਹਸਪੀਟਲ ਲੈ ਕੇ ਆਉਂਦੇ ਆ ਤਾਂ ਉਸ ਤੋਂ ਬਾਅਦ ਕਈ ਦਹਾਕੇ ਹੋ ਗਏ, ਮਿਲਣ ਵੀ ਨਹੀਂ ਆਏ। ਕਿੱਦਾਂ ਬੀਤਦੀ ਹੈ ਉਹਨਾਂ ਦੀ ਜ਼ਿੰਦਗੀ ਤੇ ਕਿੱਦਾਂ ਸਾਂਭਦੇ ਨੇ ਹਸਪਤਾਲ ਵਾਲੇ। ਸਿੱਧੀ ਭਾਸ਼ਾ 'ਚ ਕਹਾਂ ਤਾਂ ਜਿਹੜੇ ਲੋਕਾਂ ਨੂੰ ਪਾਗਲ ਕਿਹਾ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੁੰਦੀ ਆ। ਸਾਡੇ ਨਾਲ ਗੱਲਬਾਤ ਕਰਨ ਲਈ ਬੈਠੇ ਨੇ ਮੈਂਟਲ ਹਸਪੀਟਲ ਦੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ। ਡਾਕਟਰ ਸਾਹਿਬ, ਪਹਿਲਾ ਸਵਾਲ ਕਿ ਪਾਗਲ ਦੀ ਪਰਿਭਾਸ਼ਾ ਕੀ ਹੈ? ਦੇਖੋ, ਪਾਗਲ ਜਿਹੜੇ ਹੈਗੇ ਆ, ਜਿਹਨੂੰ ਆਪਾਂ ਪਾਗਲ ਕਹਿੰਦੇ ਆ, ਸਾਨੂੰ ਕਹਿਣਾ ਨਹੀਂ ਚਾਹੀਦਾ। ਸਾਨੂੰ ਉਹਨਾਂ ਨੂੰ ਮੈਂਟਲੀ ਇਲ ਕਹਿੰਦੇ ਆ। ਕਾਨੂੰਨਨ ਵੀ ਆਪਾਂ ਉਹਨਾਂ ਨੂੰ ਪਾਗਲ ਨਹੀਂ ਕਰ ਸਕਦੇ। ਤਾਂ ਮੈਂ ਜੋ ਵੀ ਬੋਲਾਂਗਾ ਉਹਨਾਂ ਨੂੰ ਮੈਂਟਲੀ ਇਲ ਕਹਿ ਕੇ ਬੋਲਾਂਗਾ। ਅਤੇ ਜਿੰਨੇ ਵੀ ਪੇਸ਼ੈਂਟ ਮੈਂਟਲੀ ਇਲ ਹੈਗੇ ਆ, ਦੋ ਕਿਸਮ ਦੇ ਹੁੰਦੇ ਆ। ਇੱਕ ਉਹ ਜਿਹੜੇ ਆਪਣੇ ਆਪ ਨੂੰ, ਜਿਨ੍ਹਾਂ ਨੂੰ ਪਤਾ ਹੈ ਕਿ ਆਪਾਂ ਪਰੇਸ਼ਾਨ ਹੋ ਰਹੇ ਹਾਂ, ਬਿਮਾਰ ਹੋ ਰਹੇ ਹਾਂ, ਤਾਂ ਸਾਨੂੰ ਮੈਂਟਲ ਹਸਪੀਟਲ ਜਾ ਕੇ ਦਵਾਈਆਂ ਲੈਣੀਆਂ, ਜਿੱਦਾਂ ਕਿ ਡਿਪਰੈਸ਼ਨ ਦਾ ਮਰੀਜ਼ ਹੋ ਗਿਆ, OCD ਹੋ ਗਿਆ, ਪੈਨਿਕ ਅਟੈਕਸ ਹੋ ਗਏ, ਫੋਬੀਆਜ਼ ਹੋ ਗਏ। ਇਹ ਸਾਰੇ ਪੇਸ਼ੈਂਟ ਜਿਹੜੇ ਹੈਗੇ ਆ,
ਆ ਕੇ ਸਾਡੇ ਕੋਲ ਦਵਾਈ ਲੈ ਕੇ ਚਲੇ ਜਾਂਦੇ ਆ ਘਰ। ਉਹ ਘਰ ਖਾ ਕੇ ਦਵਾਈ ਆਰਾਮ ਨਾਲ ਰਹਿੰਦੇ ਆ, ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ, ਔਰ ਨਾ ਹੀ ਇਹਨਾਂ ਨੂੰ ਐਡਮਿਸ਼ਨ ਦੀ ਲੋੜ ਪੈਂਦੀ ਆ। ਇੱਕ ਮੈਂਟਲੀ ਹੁੰਦੇ ਆ ਜਿਹਦੇ ਵਿੱਚ ਕਿ ਮਰੀਜ਼ ਆਪਣੇ ਆਪ ਨੂੰ ਬਿਮਾਰ ਨਹੀਂ ਮੰਨੇਗਾ ਔਰ ਉਹ ਸ਼ੱਕ ਵਹਿਮ ਦਾ ਸ਼ਿਕਾਰ ਹੋ ਜਾਏਗਾ, ਉਹ ਲੜਾਈ ਝਗੜੇ ਕਰੂਗਾ, ਤੋੜ ਭੰਨ ਕਰੂਗਾ। ਔਰ ਇੱਦਾਂ ਦਾ ਮਰੀਜ਼ ਜਿਹੜਾ ਆਪਣੇ ਆਪ ਨੂੰ ਬਿਮਾਰ ਨਹੀਂ ਮੰਨਦਾ ਉਹ ਦਵਾਈ ਵੀ ਨਹੀਂ ਖਾਊਗਾ, ਫੜ ਕੇ ਲਿਆਂਦੇ ਆ। ਅਤੇ ਨੈਚੁਰਲ ਆ ਇਹਨਾਂ ਨੂੰ ਜਿਹੜੀ ਦਵਾਈ ਦੇਣੀ ਹੈਗੀ ਆ ਉਹ ਵੀ ਕੁਛ ਇਸ ਤਰੀਕੇ ਨਾਲ ਦੇਣੀ ਪੈਂਦੀ ਆ ਕਿ ਮਰੀਜ਼ ਨੂੰ ਨਾ ਪਤਾ ਲੱਗੇ, ਕਦੀ ਖਾਣੇ 'ਚ ਮਿਲਾ ਕੇ ਦੇ ਦੇਣੇ ਆ, ਟੀਕੇ ਲਾ ਦਿੰਦੇ ਆ। ਇੱਦਾਂ ਦੇ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਐਡਮਿਸ਼ਨ ਦੀ ਲੋੜ ਪੈਂਦੀ ਆ। ਕਈ ਘਰ ਵਾਲੇ ਕਹਿੰਦੇ ਆ ਕਿ ਆਪਾਂ ਮੈਨੇਜ ਕਰ ਲਾਂਗੇ ਘਰ ਹੀ, ਤੁਸੀਂ ਦਵਾਈ ਲਿਖ ਦਿਓ। ਉਹਨਾਂ ਨੂੰ ਇੱਦਾਂ ਦੀ ਦਵਾਈ ਲਿਖਦੇ ਨੇ ਜਿਹੜੀ ਕਈ ਵਾਰੀ ਮਰੀਜ਼ ਖਾ ਲੈਂਦਾ ਆ ਜਾਂ ਖਾਣੇ 'ਚ ਘੋਲ ਕੇ ਦੇ ਦਿੰਦੇ ਆ ਔਰ ਮਰੀਜ਼ ਘਰ ਹੀ ਸੈੱਟ ਹੋ ਜਾਂਦਾ। ਕਈ ਇੱਦਾਂ ਦੇ ਵੀ ਹੁੰਦੇ ਆ ਘਰ ਵਾਲੇ ਜਿਨ੍ਹਾਂ ਦੀ ਕੋਈ ਪਰੇਸ਼ਾਨੀਆਂ ਹੁੰਦੀਆਂ, ਜਿੱਦਾਂ ਕਿ ਹਸਬੈਂਡ ਵਾਈਫ ਹੈਗੇ ਆ, ਇੱਕ ਨੇ ਕੰਮ 'ਤੇ ਜਾਣਾ ਆ ਜਾਂ ਪਿੱਛੇ ਬਜ਼ੁਰਗ ਹੀ ਹੈਗੇ ਆ, ਉਹਨਾਂ ਨੇ ਦੇਖਣਾ, ਉਹਨਾਂ ਨੂੰ ਔਖਾ ਆ ਦੇਖਣਾ, ਜਾਂ ਕੋਈ ਇੱਦਾਂ ਦਾ ਮਰੀਜ਼ ਜਿਹੜਾ ਕੋਈ ਵਾਲੀ ਵਾਰਿਸ ਹੀ ਨਹੀਂ ਹੈਗਾ। ਇੱਦਾਂ ਦੇ ਮਰੀਜ਼ਾਂ ਦੀ ਐਡਮਿਸ਼ਨ ਹੁੰਦੀ ਹੈ ਮੈਂਟਲ ਹਸਪੀਟਲ ਜ਼ਿਆਦਾਤਰ। ਮੈਂਟਲੀ ਦੀ ਤੁਸੀਂ ਗੱਲ ਕੀਤੀ ਕਿ ਜਿਹੜੇ ਐਡਮਿਸ਼ਨ ਆਪਾਂ ਕਰਵਾ ਲੈਂਦੇ ਹਾਂ, ਕਿੰਨੇ % ਚਾਂਸ ਹੁੰਦੇ ਆ ਇਹਨਾਂ ਦੇ ਠੀਕ ਹੁੰਦੇ, ਜਿਹੜੇ ਕੌਨਸ਼ੀਅਸ ਨਹੀਂ ਆ, ਜਿਨ੍ਹਾਂ ਨੂੰ ਆਪਣੇ ਆਪ ਨੂੰ ਬਿਮਾਰ ਨਹੀਂ ਮੰਨਦੇ, ਜਾਂ ਕਹਿ ਲਈਏ ਵੀ ਘਰਦਿਆਂ ਦੀ ਉਹ 'ਚੋਂ ਬਾਹਰ ਹੁੰਦੇ ਆ, ਵੀ ਸਮਝ ਤੋਂ ਹੀ ਬਾਹਰ ਆ ਕਿ ਇਹਨਾਂ ਨੂੰ ਹੁਣ ਕੰਟਰੋਲ ਕਿੱਦਾਂ ਕਰਨਾ, ਕੰਟਰੋਲ 'ਚ ਨਹੀਂ ਆ? ਦੇਖੋ, ਇਹਦੇ ਲਈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਜ਼ਿਆਦਾਤਰ ਜਿੰਨੇ ਵੀ ਮੈਂਟਲ ਪੇਸ਼ੈਂਟਸ ਹੁੰਦੇ ਆ ਉਹਨਾਂ ਦੇ ਘਰ ਵਾਲੇ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਜਾਣਾ ਕਿੱਥੇ ਆ। ਉਹ ਸਭ ਤੋਂ ਪਹਿਲਾਂ ਬਾਬਿਆਂ ਦੇ ਜਾਂਦੇ ਆ ਜਾਂ ਫਾਂਡਾ ਕਰਾ ਲੈਂਦੇ ਆ ਜਾਂ ਕੋਈ ਹੋਰ ਟਰੀਟਮੈਂਟ ਕਰਾ ਲੈਂਦੇ, ਕੋਈ ਆਯੁਰਵੈਦਿਕ ਚਲੇ ਜਾਂਦਾ, ਕੋਈ ਹੋਮਿਓਪੈਥਿਕ ਚਲਾ ਜਾਂਦਾ। ਉਹਦੇ ਨਾਲ ਉਹ ਕਾਫੀ ਟਾਈਮ ਖਰਾਬ ਕਰ ਲੈਂਦੇ, ਉਹਨਾਂ ਨੂੰ ਲੱਗਦਾ ਇਹਦਾ ਤਾਂ ਇਲਾਜ ਹੋਣਾ ਨਹੀਂ ਆ। ਅਤੇ ਕਈ ਵੈਸੇ ਹੀ ਮਰੀਜ਼ ਨੂੰ ਜੇ ਨਿਕਲ ਜਾਂਦਾ ਜਾਂ ਚਲੇ ਜਾਂਦਾ ਉਹ ਬੋਦਰ ਨਹੀਂ ਕਰਦੇ। ਉਹਨਾਂ ਨੂੰ ਚਾਹੀਦਾ ਆ ਕਿ ਇੱਦਾਂ ਦੇ ਮਰੀਜ਼ਾਂ ਨੂੰ ਇੱਧਰ ਉੱਧਰ ਲਿਜਾ ਕੇ ਟਾਈਮ ਖਰਾਬ ਕਰਾਉਣ ਨਾਲੋਂ ਮੈਂਟਲ ਹਸਪੀਟਲ ਲੈ ਕੇ ਆਉਣ। 70% to 80% ਪੇਸ਼ੈਂਟ ਠੀਕ ਹੋ ਜਾਂਦੇ ਆ, ਪਰ ਉਹਦੇ ਲਈ ਘਰ ਵਾਲਿਆਂ ਦੀ ਲੋੜ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹ ਮਰੀਜ਼ਾਂ ਨੇ ਦਵਾਈ ਆਪ ਨਹੀਂ ਖਾਣੀ ਔਰ ਉਹਨਾਂ ਨੂੰ ਚਾਹੀਦਾ ਆ ਘਰ ਵਾਲਿਆਂ ਨੂੰ ਕੋ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਨੂੰ ਦਵਾਈਆਂ ਦੇਣ ਔਰ ਲਗਾਤਾਰ ਦੇਣ। ਕਈ ਇੱਦਾਂ ਦੇ ਵੀ ਹੁੰਦੇ ਆ ਘਰ ਵਾਲੇ ਜਿਹੜੇ ਕਹਿੰਦੇ ਆ ਕਿ ਬਈ ਇਹ ਤਾਂ ਦਵਾਈਆਂ ਲੱਗ ਗਈਆਂ। ਅਤੇ ਮੈਂ ਆਪਣੇ ਇੱਥੇ ਵੀ ਸਾਰੇ ਮਰੀਜ਼ਾਂ ਨੂੰ ਕਹਿੰਦਾ ਆ ਡਾਇਬਟੀਜ਼ ਦੀ ਦਵਾਈ ਆ, ਹਾਈਪਰਟੈਂਸ਼ਨ ਦੀ ਆ, ਸਾਰੀ ਉਮਰ ਚੱਲਦੀ ਆ ਔਰ ਆਪਾਂ ਖਾਂਦੇ ਹਾਂ ਖੁਸ਼ ਹੋ ਕੇ, ਕਿਉਂਕਿ ਆਪਾਂ ਮਰਨਾ ਨਹੀਂ ਚਾਹੁੰਦੇ। ਤਾਂ ਇਹਨੂੰ ਵੀ ਇੱਕ ਮੈਡੀਕਲ ਇਲਨੈਸ ਹੀ ਹੈਗੀ ਆ, ਅਤੇ ਇਹਦੀ ਵੀ ਦਵਾਈ ਡਾਇਬਟੀਜ਼ ਔਰ ਉਹਦੀ ਸਮਝ ਕੇ ਲਗਾਤਾਰ ਖਾਈ ਜਾਓ। ਜੇ ਮਰੀਜ਼ ਖਾ ਕੇ ਘਰ ਸ਼ਾਂਤ ਰਹਿ ਰਿਹਾ ਤਾਂ ਦੇਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਜ਼ਿਆਦਾਤਰ ਮੈਂਟਲੀ ਪੇਸ਼ੈਂਟ ਜਿਹੜੇ ਹੈਗੇ ਆ ਰਿਕਵਰ ਕਰ ਜਾਂਦੇ ਆ। ਕਿੰਨੇ ਪੇਸ਼ੈਂਟ ਹੈ ਡਾਕਟਰ ਸਾਹਿਬ ਤੁਹਾਡੇ ਕੋਲ ਟੋਟਲ ਜਿਹੜੇ ਇੱਥੇ ਐਡਮਿਟ ਨੇ ਤੁਹਾਡੇ ਕੋਲ? ਕਿੰਨੇ ਜ਼ਿਆਦਾ ਤੋਂ ਜ਼ਿਆਦਾ ਇੱਕ ਪੇਸ਼ੈਂਟ ਨੂੰ ਕਿੰਨਾ ਸਮਾਂ ਹੋ ਗਿਆ, ਅਗਰ ਗੱਲ ਕੀਤੀ ਜਾਵੇ ਤਾਂ ਕਿੰਨੇ ਸਾਲ ਹੋ ਗਏ? ਕੁਝ ਐਸੇ ਪੇਸ਼ੈਂਟਸ ਵੀ ਹੋਣਗੇ ਤੁਹਾਡੇ ਕੋਲ ਜਿਨ੍ਹਾਂ ਦੇ ਤੇ ਪਰਿਵਾਰਕ ਮੈਂਬਰ ਮਿਲਣ ਆਉਂਦੇ, ਅਜਿਹੇ ਕਿੰਨੇ ਕੁ ਜਿਹੜੇ ਆਪਣੇ ਪੇਸ਼ੈਂਟ ਨੂੰ ਤੁਹਾਡੇ ਕੋਲ ਤੇ ਛੱਡ ਗਏ ਪਰ ਉਹਨੂੰ ਭੁੱਲ ਗਏ? ਸਾਡੇ ਕੋਲ ਇਸ ਵੇਲੇ ਮੈਂਟਲ ਹਸਪੀਟਲ 'ਚ 247 ਪੇਸ਼ੈਂਟਸ ਹੈਗੇ ਆ, ਜਿਹਦੇ ਵਿੱਚ ਲਗਭਗ 152 ਮਰੀਜ਼ ਜਿਹੜੇ ਹੈਗੇ ਆ ਮੇਲ ਹੈਗੇ ਔਰ 95 ਜਿਹੜੇ ਆ ਫੀਮੇਲ ਹੈਗੇ ਆ। ਇਹਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 25 ਜਾਂ 30 ਪੇਸ਼ੈਂਟਸ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵਾਲੇ ਮਿਲਣ ਆਉਂਦੇ ਆ, ਪਰ ਲੈ ਕੇ ਜਾਣ ਲਈ ਨਹੀਂ, ਸਿਰਫ ਮਿਲ ਕੇ ਚਲੇ ਜਾਂਦੇ ਆ। ਉਹ ਇਹ ਕਹਿ ਕੇ ਕਿ ਆਪਣੀ ਕੋਈ ਘਰੇਲੂ ਮਜਬੂਰੀਆਂ ਦੱਸ ਕੇ, ਕੋਈ ਇਹ ਕਹਿ ਦਿੰਦਾ ਘਰ ਪਿਤਾ ਜੀ ਨੂੰ ਕੈਂਸਰ ਹੈਗਾ, ਉਹਨਾਂ ਨੂੰ ਰੀੜ੍ਹ ਦੀ ਹੱਡੀ ਦੀ ਪਰੇਸ਼ਾਨੀ ਹੈਗੀ ਆ, ਜਾਂ ਕੋਈ ਦੇਖਣ ਵਾਲਾ ਨਹੀਂ ਹੈਗਾ। ਉਹਨਾਂ ਦੀਆਂ ਵੀ ਕਈਆਂ ਦੀਆਂ ਪਰੇਸ਼ਾਨੀਆਂ ਜਾਇਜ਼ ਹੈਗੀਆਂ, ਪਰ ਕਈ ਇੱਦਾਂ ਦੇ ਵੀ ਹੈਗੇ ਆ, ਉਹ ਕਹਿੰਦੇ ਆ ਕਿ ਇੱਥੇ ਆਰਾਮ ਨਾਲ ਰਹਿਣ ਤਾਂ ਆਪਾਂ ਵੀ ਘਰ ਆਰਾਮ ਨਾਲ ਰਹੀਏ। ਆਪਾਂ ਬੜੀ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਸਮਝਾਉਣ ਦੀ ਕਿ ਇਹਨੂੰ ਵੀ ਘਰ ਚਾਹੀਦਾ ਆ, ਸ਼ਾਇਦ ਘਰ ਦੇ ਮਾਹੌਲ 'ਚ ਇਹ ਚੰਗਾ ਰਹੇਗਾ, ਬਟ ਤੁਹਾਡੀ ਜ਼ਿੰਮੇਵਾਰੀ ਸਿਰਫ ਇੰਨੀ ਹੈਗੀ ਆ ਕਿ ਦਵਾਈ ਦੇਣ ਦੀ। ਪਰ ਉਹ ਕਈ ਇੱਦਾਂ ਦੇ ਹੈਗੇ ਜਿਹੜੇ ਇਹ ਜ਼ਿੰਮੇਵਾਰੀ ਵੀ ਚੱਕ ਕੇ ਰਾਜ਼ੀ ਨਹੀਂ ਹੈਗੇ। ਮੈਂਟਲ ਹਸਪੀਟਲ 'ਚ ਲਗਭਗ ਤੁਸੀਂ ਕਹਿ ਲਓ ਕਿ ਜੇ 257 ਮਰੀਜ਼ ਤੁਸੀਂ ਮੰਨ ਕੇ ਚੱਲੋ ਤਾਂ ਕਰੀਬ 200 ਮਰੀਜ਼ ਹੈਗੇ ਆ ਜਿਨ੍ਹਾਂ ਨੂੰ 5 ਤੋਂ 10 ਸਾਲ ਹੋ ਚੁੱਕੇ ਇੱਥੇ ਪਰਮਾਨੈਂਟ, ਜਿਹੜੇ ਜਿਨ੍ਹਾਂ ਦੇ ਪਰਿਵਾਰ ਨੇ ਕਦੀ ਆ ਕੇ ਹਾਲ ਵੀ ਨਹੀਂ ਪੁੱਛਿਆ ਹੀ ਨਹੀਂ। ਔਰ ਕਈ ਮਰੀਜ਼ਾਂ ਦੀ ਆਪਾਂ ਕੋਸ਼ਿਸ਼ ਵੀ ਕੀਤੀ, ਆਪਾਂ ਘਰ ਤੱਕ ਪਹੁੰਚ ਵੀ ਗਏ ਉਹਨਾਂ ਦੇ, ਪਰ ਉਹਨਾਂ ਨੇ ਲੈਣ ਤੋਂ ਮਨਾ ਕਰਤਾ। ਉਹਨਾਂ ਦਾ ਇਹੀ ਕਹਿਣਾ ਸੀਗਾ, ਕੁਛ ਨੇ ਇਹ ਹਵਾਲਾ ਦਿੱਤਾ ਕਿ ਸਾਡੇ ਕੋਲ ਆਪਣਾ ਰੋਟੀ ਖਾਣ ਦਾ ਜ਼ਰੀਆ ਨਹੀਂ ਹੈਗਾ, ਆਪਾਂ ਇਹਨਾਂ ਨੂੰ ਕੀ ਦੇਖੀਏ। ਕਈ ਇਹ ਕਹਿ ਕੇ ਪਿੱਛੇ ਹਟ ਗਏ ਕਿ ਬਈ ਇਹ ਘਰ ਆ ਗਿਆ ਤਾਂ ਇਹਨੇ ਕਿਸੇ ਨੂੰ ਮਾਰ ਦੇਣਾ। ਪਹਿਲਾਂ ਵੀ ਆਪਾਂ ਜਦ ਕਿ ਸਮਝਾਈਦਾ ਆ ਕਿ ਜਦੋਂ ਮਾਰਿਆ ਸੀਗਾ ਉਸ ਵੇਲੇ ਬਿਮਾਰ ਸੀਗਾ, ਹੁਣ ਇਹ ਬਿਮਾਰ ਨਹੀਂ ਹੈਗਾ। ਕਈ ਕਹਿ ਦਿੰਦੇ ਆਪਾਂ ਦਵਾਈ ਨਹੀਂ ਦੇ ਸਕਦੇ, ਇਹ ਖਾਂਦਾ ਹੀ ਨਹੀਂ। ਉਹਨਾਂ ਨੂੰ ਕਿੰਨਾ ਵੀ ਸਮਝਾ ਦਿਓ, ਉਹ ਲਿਜਾ ਕੇ ਰਾਜ਼ੀ ਨਹੀਂ ਹੈਗੇ। ਜਿਹੜੇ ਡਾਕਟਰ ਸਾਹਿਬ 200 ਮੈਂਟਲੀ ਤੁਹਾਡੇ ਕੋਲ ਪਰਮਾਨੈਂਟ ਇੱਥੇ ਜਿਨ੍ਹਾਂ ਨੂੰ ਮਿਲਣ ਵੀ ਨਹੀਂ ਆਉਂਦੇ, ਉਹ ਕੀ ਠੀਕ ਹੋ ਗਏ ਨੇ, ਕੀ ਘਰ ਜਾਣ ਦੇ ਕਾਬਲ ਨੇ, ਕਿ ਜਾਂ ਜਾਣ-ਬੁੱਝ ਕੇ ਘਰ ਦੇ ਉਹਨਾਂ ਦੇ ਨਹੀਂ ਖੜਦੇ? ਨਹੀਂ, ਕਾਫੀ ਸਾਰੇ ਪੇਸ਼ੈਂਟਸ ਹੈਗੇ ਆ ਜਿਹੜੇ ਠੀਕ ਹੋ ਚੁੱਕੇ ਆ ਔਰ
ਔਰ ਕੁਛ ਹੈਗੇ ਆ ਜਿਹੜੇ ਜਿਨ੍ਹਾਂ ਵਿੱਚ 5-10% ਨੁਕਸ ਰਹਿ ਗਿਆ ਹੋਣਾ, ਬਟ ਉਹ ਮੈਨੇਜੇਬਲ ਹੈਗੇ ਆ, ਉਹਨਾਂ ਨੂੰ ਘਰ ਮੈਨੇਜ ਕੀਤਾ ਜਾ ਸਕਦਾ ਆ। ਪਰ ਘਰ ਵਾਲੇ ਆਪ ਹੀ ਸ਼ਾਇਦ ਇੰਨੀ ਚਿਰ ਤੋਂ ਉਹਨਾਂ ਨਾਲ ਨਹੀਂ ਰਹਿ ਰਹੇ, ਉਹਨਾਂ ਦਾ ਆਪ ਹੀ ਉਹਨਾਂ ਤੋਂ ਮੋਹ ਜਿਹੜਾ ਭੰਗ ਹੋ ਗਿਆ, ਇਮੋਸ਼ਨਲ ਖਤਮ ਹੋ ਚੁੱਕੀ ਆ। ਈਵਨ ਇਹ ਘਰ ਜੇ ਚਲੇ ਵੀ ਜਾਂਦੇ ਆ ਤੇ ਘਰ ਵਾਲੇ ਵੀ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕੰਮ ਕਰਨ, ਕੁਛ ਨਾ ਕੁਛ ਕਰਨ। ਮਰੀਜ਼ ਜਿਹੜਾ ਹੈਗਾ ਅੰਦਰ ਰਹਿ ਕੇ ਕਈ ਵਾਰੀ ਇਹ ਹੁੰਦਾ ਉਹਦੇ ਸਾਰੇ ਯਾਰ ਮਿੱਤਰ ਅੰਦਰ ਬਣ ਗਏ ਆ, ਘਰ ਵਾਲੇ ਉਹਨੂੰ ਧਿਆਨ ਨਹੀਂ ਦੇਣਗੇ, ਉਹ ਕਹੇਗਾ ਇਹ ਤੋਂ ਚੰਗਾ ਤਾਂ ਮੈਂ ਅੰਦਰ ਹੀ ਸੀਗਾ ਜਿੱਥੇ ਕੋਈ ਕੰਮ ਨਹੀਂ ਕਰਨਾ ਪੈਂਦਾ, ਯਾਰ ਦੋਸਤ ਮੇਰੇ ਇੱਥੇ ਹੈਗੇ। ਤਾਂ ਉਹ ਇੱਕ ਟੈਨਸ਼ਨ ਬਣ ਜਾਂਦੀ ਹੈ। ਔਰ ਇਸ ਕਰਕੇ ਵੀ ਕਈ ਮਰੀਜ਼ ਸਾਡੇ ਵਾਪਸ ਆ ਗਏ ਕਿ ਘਰ ਕਿਸੇ ਨੇ ਸਾਨੂੰ ਪੁੱਛਿਆ ਨਹੀਂ, ਇਸ ਕਰਕੇ ਆਪਾਂ ਵਾਪਸ ਆ ਗਏ। ਜਿਹੜੇ ਮੈਂਟਲੀ ਹੈਗੇ ਨੇ ਪੇਸ਼ੈਂਟਸ ਤੁਹਾਡੇ ਕੋਲ ਜਿਹੜੇ ਇੱਥੇ ਠੀਕ ਹੋ ਗਏ ਨੇ, ਉਹ ਫਿਰ ਆਪਣਾ ਸਮੇਂ ਕਿਸ ਤਰ੍ਹਾਂ ਬਤੀਤ ਕਰਦੇ ਆ? ਕਿ ਉਹਨਾਂ ਵੱਲੋਂ ਵੀ ਕਦੀ ਡਿਮਾਂਡ ਕੀਤੀ ਗਈ ਤੁਹਾਨੂੰ ਕਿ ਉਹਨਾਂ ਦੇ ਪਰਿਵਾਰ ਨੂੰ ਮਿਲਾਇਆ ਜਾਏ ਜਾਂ ਪੁਰਾਣੇ ਦੋਸਤਾਂ ਨੂੰ ਮਿਲਾਇਆ ਜਾਏ? ਬਹੁਤ ਸਾਰੇ ਮਰੀਜ਼ ਹੈਗੇ ਇੱਦਾਂ ਦੇ ਜਿਹੜੇ ਕਹਿੰਦੇ ਆ ਕਿ ਸਾਰੇ ਪਰਿਵਾਰ ਨੂੰ ਬੁਲਾਓ, ਸਾਡੇ ਪਰਿਵਾਰ ਨਾਲ ਸਾਡਾ ਮੇਲ ਕਰਾਓ। ਆਪਾਂ ਉਹਨਾਂ ਨੂੰ ਫੋਨ ਵੀ ਕਰ ਦਿੰਦੇ ਆ। ਕਈਆਂ ਨੂੰ ਕੀਤਾ, ਉਹ ਕਹਿੰਦੇ ਅੱਜ ਆਏ ਕੱਲ੍ਹ ਆਏ, ਕਰਦੇ ਕਰਦੇ ਨਿਕਲ ਜਾਂਦੇ ਆ ਸਾਲ, ਤਾਂ ਕੋਈ ਵੜਦਾ ਹੀ ਨਹੀਂ ਹੈਗਾ। ਤੇ ਜਿੱਥੇ ਤੱਕ ਆ ਪਰਿਵਾਰ ਦੀ ਗੱਲ, ਆਪਾਂ ਹੀ ਉਹਨਾਂ ਦੇ ਪਰਿਵਾਰ ਹੈਗੇ ਆ, ਅੰਦਰ ਦਾ ਸਟਾਫ ਹੀ ਉਹਨਾਂ ਦਾ ਪਰਿਵਾਰ ਹੈਗਾ। ਆਪਾਂ ਅੰਦਰ ਹਰ ਤਿਉਹਾਰ ਮਨਾਉਂਦੇ ਆ, ਇੱਥੋਂ ਅਲੱਗ-ਅਲੱਗ ਸਟੇਟ ਤੋਂ ਸਟੂਡੈਂਟ ਆਉਂਦੇ ਆ, ਉਹ ਉਹਨਾਂ ਦੇ ਬੱਚਿਆਂ ਦੀ ਤਰ੍ਹਾਂ ਹੈਗੇ ਆ, ਉਹ ਮਰੀਜ਼ਾਂ ਨੂੰ ਇਨਵੋਲਵ ਰੱਖਦੇ ਆ। ਅੰਦਰ ਵਾਰਡਾਂ ਵਿੱਚ ਟੀਵੀਆਂ ਲੱਗੀਆਂ ਹੋਈਆਂ, ਉਹਨਾਂ ਨੂੰ ਸਪੋਰਟਸ ਐਕਟੀਵਿਟੀ ਕਰਾ ਦਈਦੀ ਆ, ਜਿੰਨਾ ਸਾਡੇ ਤੋਂ ਆਪਾਂ ਪਰਿਵਾਰਿਕ ਸਦੱਸਿਆ ਦੀ ਤਰ੍ਹਾਂ ਜਿੰਨਾ ਹੋ ਸਕਦਾ। ਪਰ ਤੁਹਾਨੂੰ ਵੀ ਪਤਾ ਆ ਕਿ ਜਿਹੜਾ ਮਰੀਜ਼ ਹੈਗੇ ਆ ਉਹਨਾਂ ਨੂੰ ਅਸਲ ਪਰਿਵਾਰ ਚਾਹੀਦਾ, ਉਹ ਵੀ ਉਹਨਾਂ ਨੂੰ ਵੀ ਪਤਾ ਕਿ ਇਹ ਜਿਹੜੀ ਹੈਗੀ ਆ ਮੈਂ ਕਿੰਨੀ ਦੇਰ ਤੱਕ ਅੰਦਰ ਰਵਾਂਗਾ, ਮੈਨੂੰ ਵੀ ਆਜ਼ਾਦੀ ਚਾਹੀਦੀ ਹੈ। ਪਰ ਕਿਉਂਕਿ ਸਾਰੇ ਮਰੀਜ਼ ਕੋਰਟ ਦੇ ਆਰਡਰਾਂ ਰਾਹੀਂ ਅੰਦਰ ਹੈਗੇ ਆ, ਆਪਾਂ ਉਹਨਾਂ ਨੂੰ ਕਿਸੇ ਗੈਰ ਜ਼ਿੰਮੇਦਾਰ ਬੰਦੇ ਦੇ ਹਵਾਲੇ ਵੀ ਨਹੀਂ ਕਰ ਸਕਦੇ ਕਿ ਜਾਂ ਕੋਈ ਇੱਦਾਂ ਦੇ ਬੰਦੇ ਦੇ ਹਵਾਲੇ ਕਰਦੀ ਜਿਹੜਾ ਖਿਆਲ ਨਾ ਰੱਖੇ ਔਰ ਮਰੀਜ਼ ਫਿਰ ਸੜਕਾਂ ਤੇ ਆ ਜਾਏ। ਉਹ ਤੋਂ ਚੰਗਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਸੜਕਾਂ ਤੇ ਲੱਗਦਾ ਕਿ ਜੇ ਸੜਕਾਂ ਤੇ ਦੁਬਾਰਾ ਨਾ ਆ ਜਾਏ, ਫਿਰ ਆਪਾਂ ਉਹਨੂੰ ਆਪਣੇ ਕੋਲ ਹੀ ਰੱਖਦੇ ਹਾਂ, ਘੱਟ ਤੋਂ ਘੱਟ ਉਹ ਸਾਡੀ ਨਿਗਾਹ ਦੇ ਸਾਹਮਣੇ ਹੈ। ਸੜਕਾਂ ਦੀ ਗੱਲ ਕੀਤੀ ਡਾਕਟਰ ਸਾਹਿਬ, ਜਿਹੜੇ ਮੈਂਟਲੀ ਕਈ ਲੋਕ ਸੜਕਾਂ ਤੇ ਘੁੰਮਦੇ, ਉਹਨਾਂ ਨੂੰ ਰੈਸਕਿਊ ਕਿੱਦਾਂ ਕੀਤਾ ਜਾਂਦਾ? ਕਿ ਇਦਾਂ ਰੈਸਕਿਊ ਕਰਕੇ ਵੀ ਲਿਆਂਦੇ ਆ ਲੋਕ? ਤੁਸੀਂ ਦੇਖੋ ਕਈ ਵਾਰੀ ਪੁਲਿਸ ਵਾਲੇ ਲੈ ਕੇ ਆਉਂਦੇ ਕਾਫੀ ਸਾਰੇ ਮਰੀਜ਼ਾਂ ਨੂੰ। ਵੈਸੇ ਮੇਰਾ ਆਪਣਾ ਮੰਨਣਾ ਆ, ਲਾਅ ਵੀ ਇਹ ਕਹਿੰਦਾ ਆ ਕਿ ਕੋਈ ਵੀ ਮੈਂਟਲੀ ਪੇਸ਼ੈਂਟ ਜਿਸ ਵੀ ਜੁਰਿਡਿਕਸ਼ਨ ਵਿੱਚ ਪੁਲਿਸ ਦੀ ਹੱਦ ਵਿੱਚ ਘੁੰਮ ਰਿਹਾ, ਉਹਨਾਂ ਦੀ ਜ਼ਿੰਮੇਵਾਰੀ ਆ ਕਿ ਮਰੀਜ਼ ਦੀ ਜਾਨੋ ਮਾਲ ਦੀ ਰੱਖਿਆ ਕਰਨ। ਤਾਂ ਉਹਨਾਂ ਦੀ ਡਿਊਟੀ ਹੈਗੀ ਹੈ ਕਿ ਉਹ ਮਰੀਜ਼ ਨੂੰ ਫੜ ਕੇ ਮੈਂਟਲ ਹਸਪੀਟਲ ਤੱਕ ਲਿਆਉਣ, ਪਰ ਇਹ ਵੀ ਕੋਸ਼ਿਸ਼ ਕਰਨ ਕਿ ਜੇ ਉਹਨਾਂ ਦੇ ਫੈਮਿਲੀ ਮੈਂਬਰਸ ਹੈਗੇ ਆ ਉਹਨਾਂ ਨੂੰ ਵੀ ਲੈ ਕੇ ਆਉਣ, ਤਾਂ ਕਿ ਆਪਾਂ ਉਹਨਾਂ ਨੂੰ ਟਰੀਟ ਕਰਕੇ, ਜਾਂ ਤਾਂ ਕਈ ਵਾਰੀ ਆਪਾਂ ਜਨਰਲ ਵਾਰਡ, ਕਈ ਇੱਦਾਂ ਦੇ ਵੀ ਆਏ ਆ ਮਰੀਜ਼ ਜਿਨ੍ਹਾਂ ਦੇ ਪਰਿਵਾਰ ਵਾਲੇ ਕਹਿੰਦੇ ਕਿ ਇਹ ਆ ਨਹੀਂ ਸਕਦਾ, ਪੁਲਿਸ ਵਾਲੇ ਲੈ ਜਾਣ, ਆਪਾਂ ਵਾਰਡ 'ਚ ਰਹਿ ਲਾਂਗੇ। ਇੱਦਾਂ ਦੇ ਵੀ ਆਏ, ਆਪਾਂ ਉਹਨਾਂ ਨੂੰ ਟਰੀਟ ਕੀਤਾ, ਉਹ ਘਰ ਵਾਲੇ ਚਲੇ ਗਏ ਉਹਨਾਂ ਨੂੰ ਲੈ ਕੇ, ਉਹ ਠੀਕ ਹੈਗੇ ਆ। ਪਰ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਆ, ਕੋਈ ਘਰ ਪਰਿਵਾਰ ਨਹੀਂ ਆ, ਸੜਕਾਂ ਦੇ ਉੱਤੇ ਮਰਨ ਨਾਲੋਂ ਪੁਲਿਸ ਵਾਲੇ ਨੂੰ ਚਾਹੀਦਾ ਕਿ ਉਹ ਲਿਆ ਕੇ ਇੱਥੇ ਉਹਦਾ ਪੂਰਾ ਮੈਡੀਕਲ ਚੈੱਕਅਪ ਕਰਾ ਕੇ, ਜੇ ਸਾਨੂੰ ਲੱਗਦਾ ਆ ਕਿ ਪੇਸ਼ੈਂਟ ਨੂੰ ਇੰਡੋਰ ਕਰਨਾ ਤਾਂ ਇੰਡੋਰ ਕਰ ਦਿੰਦੇ ਆ। ਕਈ ਇੱਦਾਂ ਦੇ ਹੁੰਦੇ ਜਿਹੜੇ ਮੰਦਬੁੱਧੀ ਹੁੰਦੇ ਆ, ਉਹ ਮੈਂਟਲੀ ਇਲ ਨਹੀਂ ਹੁੰਦੇ। ਮੰਦਬੁੱਧੀ ਜਨਮ ਤੋਂ, ਜਿਹਨੂੰ ਆਪਾਂ ਸਧਾਰਨ ਸਿੱਧਰਾ ਕਹਿੰਦੇ, ਉਹ ਵੱਖਰੀ ਚੀਜ਼ ਹੈਗੀ ਆ, ਉਹਦੇ ਲਈ ਮੈਂਟਲ ਹਸਪੀਟਲ ਨਹੀਂ ਆ। ਉਹ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਹੋਮ ਫॉर ਮੈਂਟਲੀ ਰਿਟਾਰਡਡ ਆ, ਪੇਸ਼ੈਂਟ ਨੂੰ ਆਰਡਰ ਕਰਾ ਕੇ ਉੱਥੇ ਭੇਜ ਦਿਓ, ਬਜਾਏ ਇਹਦੇ ਕਿ ਮਰੀਜ਼ ਜਿਹੜਾ ਆ ਸੜਕਾਂ ਦੇ ਉੱਤੇ ਘੁੰਮੇ। ਜਿਹੜੇ ਮੈਂਟਲੀ ਹੈਗੇ ਨੇ ਪੇਸ਼ੈਂਟਸ, ਇਹਨਾਂ ਨਾਲ ਵਿਚਰਨਾ, ਕਿਉਂਕਿ ਤੁਸੀਂ ਇਲਾਜ ਤੇ ਕਰਦੇ ਹੀ ਹੋ, ਤੁਹਾਡਾ ਸਟਾਫ ਇਹਨਾਂ ਨਾਲ ਵਿਚਰਦਾ ਵਾ, ਜ਼ਿਆਦਾਤਰ ਲੋਕਾਂ ਨਾਲ ਰਹਿੰਦਾ, ਕਿਸੇ ਦੀ 8 ਘੰਟੇ ਡਿਊਟੀ ਹੋਏਗੀ, ਕਿਸੇ ਦੀ 10 ਘੰਟੇ ਹੋਏਗੀ। ਪੇਸ਼ੈਂਸ ਕਿੰਨੇ ਕੁ ਚਾਹੀਦੇ ਇਹਨਾਂ ਨਾਲ? ਕਿਉਂਕਿ ਆਮ ਪਰਿਵਾਰ ਤਾਂ ਇਹਨਾਂ ਨੂੰ ਛੱਡ ਕੇ ਦਰਦ ਇਹ ਆ ਕਿ ਪਰਿਵਾਰ ਛੱਡ ਕੇ ਆਪ ਸੁਰਖਰੂ ਹੋ ਗਏ, ਪਰ ਤੁਸੀਂ ਇਹਨਾਂ ਨੂੰ ਬੇਸ਼ੱਕ ਤੁਹਾਡੀ ਡਿਊਟੀ ਹੈ, ਬਟ ਇਹਨਾਂ ਨੂੰ ਸਾਂਭਣ ਲਈ ਕਿੰਨੇ ਕੁ ਪੇਸ਼ੈਂਸ ਔਰ ਕਿਹੜੀ ਐਸੀ ਚੀਜ਼ ਆ ਜਿਹਦੇ ਨਾਲ ਇਹਨਾਂ ਨੂੰ ਵੀ ਪਰਿਵਾਰ ਵਾਲਾ ਜਾਂ ਘਰ ਵਾਲਾ ਮਾਹੌਲ ਦਿੰਦੇ ਹੋ? ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ, ਜਦੋਂ ਮਰੀਜ਼ ਦਵਾਈ ਦੇ ਨਾਲ ਸੈਟਲਡ ਹੋ ਜਾਂਦਾ ਨਾ, ਤਾਂ ਉਹਨੂੰ ਇੱਕ ਆਮ ਆਦਮੀ ਦੇ ਤਰ੍ਹਾਂ ਟਰੀਟ ਕਰਨਾ ਆ, ਕੋਈ ਸਪੈਸ਼ਲ ਟਰੀਟਮੈਂਟ ਦੀ ਲੋੜ ਨਹੀਂ ਹੈਗੀ ਆ। ਜਿੱਦਾਂ ਆਪਾਂ ਗੱਲਾਂ ਕਰਦੇ ਆ, ਉਹਨਾਂ ਨੂੰ ਵੀ ਇਨਵੋਲਵ ਕਰਨਾ ਹੁੰਦਾ, ਉਹਨਾਂ ਨਾਲ ਗੱਲਾਂ ਬਾਤਾਂ ਕਰੋ, ਉਹਨਾਂ ਨੂੰ ਆਪਣੇ ਨਾਲ ਰੱਖੋ, ਉਹਨਾਂ ਨੂੰ ਘੁਮਾਓ ਫਿਰਾਓ, ਸਾਰਾ ਕੁਝ ਕਰੋ, ਪਰ ਇੱਕ ਹੀ ਚੀਜ਼ ਦਾ ਖਿਆਲ ਰੱਖਣਾ ਕਿ ਦਵਾਈ ਜਿਹੜੀ ਹੈਗੀ ਆ ਉਹ ਟਾਈਮ 'ਤੇ ਦੇ ਦਿਓ, ਔਰ ਜਿਹੜਾ ਫੋਲੋਅਪ ਹੈਗਾ ਹਸਪੀਟਲ ਜਿਹੜਾ ਆਉਣਾ ਉਹ ਟਾਈਮ 'ਤੇ ਆਉਣ। ਅਦਰਵਾਈਜ਼ ਦੇ ਆਰ ਨੋ ਡਿਫਰੈਂਟ ਫਰੋਮ ਨਾਰਮਲ, ਉਹ ਬਿਲਕੁਲ ਨਾਰਮਲ ਹੀ ਹੁੰਦੇ ਆ। ਤੁਹਾਡਾ ਸਟਾਫ ਕਿਸ ਤਰ੍ਹਾਂ ਟਰੀਟ ਕਰਦਾ? ਕਿਉਂਕਿ ਕਈ ਵਾਰੀ ਕਈ ਮਰੀਜ਼ ਤੰਗ ਜੋ ਆਪਾਂ ਫਿਲਮਾਂ 'ਚ ਦੇਖਦੇ ਆ, ਉਹਦੇ 'ਚ ਕਿੰਨੀ ਸੱਚਾਈ ਆ ਔਰ ਅਸਲ ਜ਼ਿੰਦਗੀ ਦੇ ਵਿੱਚ, ਅਸਲ ਮੈਂਟਲ ਹਸਪੀਟਲ 'ਚ ਕਿੰਨੀ ਸੱਚਾਈ? ਬਿਲਕੁਲ ਦੇਖੋ, ਜਿਹੜਾ ਮੈਂਟਲੀ ਇਲ ਪੇਸ਼ੈਂਟ ਜਦ ਤੱਕ ਉਹ ਸੈਟਲ ਨਹੀਂ ਹੋ ਜਾਂਦਾ, ਤਦ ਤੱਕ ਤਾਂ ਤੁਹਾਨੂੰ ਬਿਲਕੁਲ ਸਬਰ ਰੱਖਣਾ, ਕਿਉਂਕਿ ਹੋ ਸਕਦਾ ਮਰੀਜ਼ ਗਾਲਾਂ ਵੀ ਕੱਢਦੇ, ਹੋ ਸਕਦਾ ਹੱਥ ਵੀ ਚੱਕ ਲਏ। ਮੈਂ ਜਦੋਂ ਆਇਆ ਸੀਗਾ ਮੇਰੇ ਉੱਤੇ ਵੀ ਮਰੀਜ਼ਾਂ ਨੇ ਹੱਥ ਚੁੱਕਿਆ, ਆਪਾਂ ਵੀ 1-2 ਥੱਪੜ ਖਾਧੇ ਆ, ਪਰ ਆਪਾਂ ਉਹਨੂੰ ਉਹਦੇ
ਨਾਲ ਰਿਐਕਟ ਨਹੀਂ ਕਰ ਸਕਦੇ, ਆਪਾਂ ਹੱਥ ਨਹੀਂ ਚੱਕ ਸਕਦੇ, ਕਿਉਂਕਿ ਲਾਅ ਕਹਿੰਦਾ ਆ ਕਿ ਮਰੀਜ਼ ਦੇ ਹਿਊਮਨ ਰਾਈਟਸ ਵਿੱਚ ਤੁਸੀਂ ਉਹਨੂੰ ਕੁਝ ਨਹੀਂ ਕਰ ਸਕਦੇ। ਔਰ ਸਾਨੂੰ ਪਤਾ ਹੁੰਦਾ ਇਹ ਗੱਲ, ਔਰ ਇਹ ਵੀ ਸਾਨੂੰ ਪਤਾ ਹੁੰਦਾ ਕਿ ਉਹ ਮੈਂਟਲੀ ਲਾ ਆਪਾਂ ਨਹੀਂ ਹੈਗੇ, ਔਰ ਉਹਨੇ ਚੱਕਿਆ, ਉਹ ਜਦੋਂ ਠੀਕ ਹੋ ਜਾਏਗਾ ਉਹਨੂੰ ਪਤਾ ਵੀ ਨਹੀਂ ਲੱਗਣਾ, ਹੋ ਸਕਦਾ ਉਹ ਮਾਫੀ ਵੀ ਮੰਗ ਲੇ। ਬਹੁਤ ਘੱਟ ਅੰਦਰ ਮੇਰੇ ਹਿਸਾਬ ਨਾਲ 15 ਸਾਲ 16 ਸਾਲ ਮੈਨੂੰ ਹੋ ਗਏ, ਮੈਨੂੰ ਲੱਗਦਾ ਇੱਕ ਆਧੀ ਕੋਈ ਕਿੱਸਾ ਹੋਇਆ ਹੋਣਾ ਕਿ ਜਿਹਦੇ ਵਿੱਚ ਕਿ ਮਰੀਜ਼ ਦੇ ਉੱਤੇ ਹੱਥ ਚੱਕਿਆ ਕਿਸੇ ਨੇ, ਉਹ ਵੀ ਸਟੂਡੈਂਟ ਹੀ ਸੀਗਾ ਕੋਈ, ਮੈਨੂੰ ਯਾਦ ਨਹੀਂ ਹੈ, ਮਗਰ ਆਪਾਂ ਉਹਨੂੰ ਸਮਝਾਇਆ ਕਿ ਤੇਰਾ ਕੈਰੀਅਰ ਖਰਾਬ ਹੋ ਜਾਏਗਾ, ਇੱਦਾਂ ਨਹੀਂ ਕਰੀਦਾ। ਤੇ ਸਬਰ ਔਰ ਪੇਸ਼ੈਂਸ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਪੇਸ਼ੈਂਟ ਲਈ। ਪੇਸ਼ੈਂਟ ਕੁਝ ਵੀ ਬੋਲੇ ਬਸ ਸੁਣੀ ਜਾਓ ਉਹਨਾਂ ਦੀ, ਔਰ ਵੇਟ ਕਰੋ 4 ਤੋਂ 6 ਹਫ਼ਤੇ ਤੱਕ ਦੀ, ਕਿਉਂਕਿ ਮੈਡੀਸਨ ਜ਼ਿਆਦਾਤਰ 4 ਤੋਂ 6 ਹਫ਼ਤੇ ਤੱਕ ਅਸਰ ਕਰ ਦੇਊਗੀ, ਔਰ ਫਿਰ ਮਰੀਜ਼ ਨਾਰਮਲ ਹੋ ਜਾਏਗਾ। ਜਿੱਥੇ ਤੱਕ ਆ ਫਿਲਮਾਂ ਦੀ ਗੱਲ, ਦੇਖੋ ਫਿਲਮਾਂ ਵਿੱਚ ਤਾਂ ਫਿਲਮ ਨੂੰ ਚਲਾਉਣ ਲਈ, ਕਿਉਂਕਿ ਲੋਕ ਜਿਹੜੇ ਐਕਸਪੈਕਟ ਕਰਦੇ ਆ ਕਿ ਉਹ ਕੋਈ ਅਜੀਬੋ-ਗਰੀਬ ਹਰਕਤਾਂ ਕਰਨਗੇ। ਜਿਹੜੇ ਬੰਦੇ ਥੱਲੇ ਓਪੀਡੀ 'ਚ ਵੀ ਇੰਨੇ ਮੈਂਟਲੀ ਲਾਇਆ, ਤੁਸੀਂ ਕਹੋਗੇ ਤਾਂ ਇਹ ਆਮ ਨਾਰਮਲ ਹੀ ਹੈਗਾ, ਇਹ ਨਾਰਮਲ ਹੈਗਾ। ਮੈਂ ਕਿਹਾ ਜੇ ਨਾਰਮਲ ਮੈਂਟਲੀ ਦਿਖਾਉਣ ਲੱਗ ਪਏ ਪਿਕਚਰਾਂ 'ਚ, ਤੇ ਪਿਕਚਰਾਂ ਵਿੱਚ ਉਹਨਾਂ ਨੂੰ ਲੱਗਣਾ ਕਿ ਮੈਂਟਲੀ ਤਾਂ ਇਦਾਂ ਦੇ ਹੁੰਦੇ, ਉਹਨਾਂ ਨੂੰ ਜਿਹੜਾ ਕਹਿੰਦੇ ਆ ਇੱਕ ਬਿਮਾਰ ਬੰਦੇ ਨੂੰ ਸਿਰਫ ਪੈਸਾ ਕਮਾਉਣ ਲਈ ਜਾਂ ਇਹ ਸ਼ੋਹਰਤ ਲੈਣ ਲਈ ਦਿਖਾਇਆ ਜਾਂਦਾ, ਵੈਸੇ ਅਸਲੀਅਤ 'ਚ ਇਦਾਂ ਦੀ ਕੋਈ ਕਹਾਣੀ ਇੱਦਾਂ ਦਾ ਨਹੀਂ ਹੁੰਦਾ, ਨਾ ਹੀ ਮੈਂਟਲ ਹਸਪੀਟਲ ਉੱਦਾਂ ਦਾ ਹੁੰਦਾ ਜਿੱਦਾਂ ਫਿਲਮਾਂ 'ਚ ਦਿਖਾਈਦਾ ਆ। ਹਾਂ ਕੁਝ ਫਿਲਮਾਂ ਹੈਗੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਠੀਕ ਠੀਕ ਦਿਖਾਇਆ, ਉਹ ਸ਼ਾਇਦ ਜੇ 100 ਫਿਲਮਾਂ ਕਹੋਗੇ ਤਾਂ ਉਹਦੇ ਵਿੱਚੋਂ 1-2 ਫਿਲਮਾਂ ਆ ਤੁਸੀਂ ਕਹੋਗੇ ਕਿ ਜਿਹਦੇ ਵਿੱਚ, ਨਹੀਂ ਤਾਂ ਜ਼ਿਆਦਾਤਰ ਫਿਲਮਾਂ ਵਿੱਚ ਕਿਤੇ ਨਾ ਕਿਤੇ ਸਟਿਗਮਾ ਵੱਧਦਾ ਆ, ਘਟਦਾ ਨਹੀਂ ਆ। ਜਦ ਕਿ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਸਟਿਗਮਾ ਘਟਾਉਣ ਦੀ, ਮਰੀਜ਼ਾਂ ਦੀ ਇੱਕ ਸਹੀ ਪਿਕਚਰ ਦੇਣ ਦੀ, ਮੈਂਟਲ ਹਸਪੀਟਲ ਦੀ ਸਹੀ ਪਿਕਚਰ ਦੇਣ ਦੀ, ਸਾਈਕੈਟਰਿਸਟ ਦੀ ਇੱਕ ਸਹੀ ਪਿਕਚਰ ਦੇਣ ਦੀ, ਤਾਂ ਕਿ ਲੋਕਾਂ ਨੂੰ ਲੱਗੇ ਕਿ ਆਪਾਂ ਜਿੱਥੇ ਜਾ ਰਹੇ ਹਾਂ ਉੱਥੇ ਕੁਛ ਨਾ ਕੁਛ ਸਾਨੂੰ ਮਿਲੂਗਾ। ਮਗਰ ਜਦੋਂ ਇੱਦਾਂ ਦੀਆਂ ਫਿਲਮਾਂ ਦੇਖਦਾ ਤਾਂ ਬੰਦਾ ਸੋਚਦਾ ਕਿ ਇਹ ਤੋਂ ਚੰਗਾ ਬਾਬਿਆਂ ਕੋਲ ਚਲੀਏ, ਉੱਥੇ ਤਾਂ ਲੱਗਦਾ ਸਾਨੂੰ ਮਿਲਣਾ ਕੁਛ ਨਹੀਂ ਹੈ। ਜਿਹੜੇ ਲੋਕ ਅੱਜ ਇਹਨਾਂ ਨੂੰ ਛੱਡ ਕੇ ਅਗਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੀ ਆਵਾਜ਼ ਸੁਣਨ ਤਾਂ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਮੈਂਟਲੀ ਪੇਸ਼ੈਂਟਸ ਹੈਗੇ ਆ, ਜਿਹੜੇ ਜੇ ਤੁਹਾਡੇ ਘਰ ਹੈਗੇ ਆ ਜਾਂ ਤੁਸੀਂ ਕਿਸੇ ਨੂੰ ਸੜਕਾਂ ਤੇ ਘੁੰਮਦੇ ਦੇਖਦੇ ਹੋ, ਤਾਂ ਐਜ਼ ਅ ਸਿਟੀਜ਼ਨ ਆਫ ਇੰਡੀਆ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਆ ਕਿ ਆਪਾਂ ਉਹ ਮੈਂਟਲੀ ਮਰੀਜ਼ਾਂ ਨੂੰ ਸੜਕਾਂ ਤੇ ਮਰਨ ਨਾਲੋਂ ਛੱਡਣ ਨਾਲੋਂ ਆਪਾਂ ਕਿਸੇ ਪੁਲਿਸ ਵਾਲਿਆਂ ਦੀ ਮਦਦ ਲੈ ਕੇ ਤੁਹਾਡੇ ਇਲਾਕੇ ਦੀ ਉਹ ਮਰੀਜ਼ ਨੂੰ ਇੱਥੇ ਲੈ ਆਓ। ਸ਼ਾਇਦ ਕਿਸੇ ਮਾਂ-ਬਾਪ ਦਾ ਬੱਚਾ ਜਾਂ ਭੈਣ ਜਾਂ ਭਰਾ ਠੀਕ ਹੋ ਜਾਏਗਾ, ਕਰਨਾ ਕੁਛ ਨਹੀਂ ਆ, ਉਹਨੂੰ ਲਿਆ ਕੇ ਮੈਂਟਲ ਹਸਪੀਟਲ ਡਾਕਟਰ ਮੁਆਇਨਾ ਕਰ ਲੈਣਗੇ। ਜੇ ਉਹ ਐਡਮਿਟ ਹੋਣ ਵਾਲਾ ਹੋਏਗਾ ਆਪਾਂ ਜ਼ਰੂਰ ਕਰਾਂਗੇ, ਔਰ ਜਦੋਂ ਉਹ ਠੀਕ ਹੋ ਜਾਏਗਾ ਤਾਂ ਸਾਡੀ ਕੋਸ਼ਿਸ਼ ਹੋਏਗੀ ਕਿ ਆਪਾਂ ਮਰੀਜ਼ ਨੂੰ ਘਰ ਤੱਕ ਪਹੁੰਚਾਈਏ। ਜੇ ਉਹਦੇ ਪੇਰੈਂਟਸ ਹੈਗੇ ਆ ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਮਰੀਜ਼ ਠੀਕ ਹੋ ਜਾਏ ਉਹਨਾਂ ਨੂੰ ਘਰ ਲੈ ਜਾਓ, ਉਹ ਠੀਕ ਰਹਿਣਗੇ, ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ। ਇਹ ਡਾਕਟਰ ਸੁਰਿੰਦਰ ਸਿੰਘ ਡਾਇਰੈਕਟਰ ਨੇ ਜਿਹੜੇ ਮੈਂਟਲ ਹਸਪੀਟਲ ਅੰਮ੍ਰਿਤਸਰ ਦੇ। ਇਹਨਾਂ ਦੀ ਮੰਨੀ ਜਾਵੇ ਤਾਂ ਐਸਾ ਦਰਦ ਹੈ ਇੱਥੇ ਦੇ ਮਰੀਜ਼ਾਂ ਦੇ ਵਿੱਚ ਕਿ ਠੀਕ ਹੋ ਗਏ, ਜਦੋਂ ਉਹਨਾਂ ਦੇ ਪਰਿਵਾਰ ਨੂੰ ਫੋਨ ਕਰਦੇ ਆ ਲੈ ਜਾਣ ਲਈ ਕਹਿੰਦੇ ਆ, ਤੇ ਉਹ ਕਹਿੰਦੇ ਕਿ ਅਸੀਂ ਲੈ ਜਾ ਨਹੀਂ ਸਕਦੇ। ਇੱਥੋਂ ਤੱਕ ਕਿ ਵੱਖੋ ਵੱਖ ਬਹਾਨੇ ਵੀ ਮਾਰੇ ਜਾਂਦੇ। ਜੇ ਮੈਂਟਲੀ ਇਲ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਬਿਮਾਰ ਹੋ ਸਕਦਾ ਹੈ, ਇਹ ਵੀ ਇੱਕ ਬਿਮਾਰੀ ਹੈ ਜਿਹੜੀ ਠੀਕ ਹੋ ਜਾਂਦੀ ਆ। ਬਾਬਿਆਂ ਦੇ ਜਾਣ ਨਾਲੋਂ, ਫੂਕ ਫਾਂਡਾ ਕਰਾਉਣ ਨਾਲੋਂ ਡਾਕਟਰ ਕੋਲ ਲਿਆਓ ਤਾਂ ਮਰੀਜ਼ ਜਲਦ ਠੀਕ ਹੋ ਸਕਦਾ ਹੈ। ਔਰ ਦੂਸਰੇ ਪਾਸੇ ਆਖਦੇ ਨੇ ਕਿ ਜਿਹੜੀਆਂ ਫਿਲਮਾਂ ਦੇ ਵਿੱਚ ਹਾਲਾਤ ਦਿਖਾਏ ਜਾਂਦੇ, ਮੈਂਟਲ ਹਸਪੀਟਲ ਦੇ ਵਿੱਚ ਹਾਲਾਤ ਬਿਲਕੁਲ ਉਲਟ ਨੇ। ਇੱਥੇ ਵੀ ਮਾਹੌਲ ਬਿਲਕੁਲ ਸੁਖਾਵਾਂ ਹੁੰਦਾ, ਕੋਈ ਵੀ ਮਰੀਜ਼ ਅਜਿਹਾ ਨਹੀਂ ਹੁੰਦਾ ਜਿਹੜਾ ਇਸ ਕਦਰ ਆਪਣੀਆਂ ਹਰਕਤਾਂ ਕਰਦਾ ਹੈ। ਪਰ ਫਿਲਮਾਂ ਵਾਲੇ ਆਪਣੀ ਫਿਲਮ ਚਲਾਉਣ ਲਈ ਤੇ ਪੈਸਾ ਕਮਾਉਣ ਲਈ ਅਜਿਹੇ ਡਰਾਮੇ ਜ਼ਰੂਰ ਕਰਦੇ ਨੇ। ਜੀ ਜੀ ਆਪਣੇ ਪੰਜਾਬ 'ਚ ਸੁਸਾਈਡ ਬੜੇ ਹੋ ਰਹੇ ਆ, ਆਤਮ ਹੱਤਿਆ ਬਹੁਤ ਹੋ ਰਹੀਆਂ, ਔਰ ਲੋਕਾਂ ਨੂੰ ਲੱਗਦਾ ਉਹ ਮਰੀਜ਼ ਤਾਂ ਬਿਲਕੁਲ ਠੀਕ ਸੀਗਾ, ਉਹਨੇ ਆਤਮ ਹੱਤਿਆ ਕਰ ਲਈ। ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਜੇ ਤੁਹਾਡੇ ਆਸੇ-ਪਾਸੇ ਕੋਈ ਵੀ ਇੱਦਾਂ ਦਾ ਤੁਹਾਨੂੰ ਬੰਦਾ ਜਾਂ ਬੱਚਾ ਜਾਂ ਲੇਡੀ ਮਿਲਦੀ ਹੈ ਜਿਹੜੀ ਸੁਸਾਈਡ ਦੀਆਂ ਕਿ ਮੇਰਾ ਮਨ ਕਰਦਾ ਮੈਂ ਮਰ ਜਾਵਾਂ, ਜ਼ਿਆਦਾਤਰ ਕਿਉਂਕਿ ਸੁਸਾਈਡ ਜਿਹੜਾ ਉਹ ਡਿਪਰੈਸ਼ਨ ਦਾ ਮਰੀਜ਼ ਕਰਦਾ ਆ, ਔਰ ਡਿਪਰੈਸ਼ਨ ਆਮ ਬੰਦੇ ਦੇ ਘਰ ਵਿੱਚ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ। ਪਤਾ ਹੀ ਉਸ ਵੇਲੇ ਲੱਗਦਾ ਜਦੋਂ ਜਾਂ ਤਾਂ ਸੁਸਾਈਡ ਅਟੈਂਪਟ ਹੋ ਚੁੱਕਿਆ ਹੁੰਦਾ, ਬੰਦਾ ਮਰ ਚੁੱਕਿਆ ਹੁੰਦਾ, ਮਰ ਜਾਂਦਾ, ਜਾਂ ਉਹ ਬਚ ਜਾਂਦਾ ਆ ਔਰ ਆਪਾਂ ਉਹਨੂੰ ਕਿਤੇ ਨਾ ਕਿਤੇ ਜਾਂ ਤਾਂ ਲੈ ਕੇ ਜਾਂਦੇ ਹਾਂ, ਉਸ ਵੇਲੇ ਪਤਾ ਲੱਗਦਾ। ਅਤੇ ਜੇ ਇਹ ਸੁਸਾਈਡ ਨੂੰ ਬਚਾਉਣਾ ਆ ਜਾਂ ਰੋਕਣਾ ਆ ਤਾਂ ਇਹਦੇ ਲਈ ਘਰ ਵਾਲਿਆਂ ਨੂੰ ਅਲਰਟ ਰਹਿਣਾ ਪੈਣਾ ਕਿ ਜੇ ਕੋਈ ਮਰੀਜ਼ ਆਤਮ ਹੱਤਿਆ ਦੀ ਗੱਲਾਂ ਕਰਦਾ, ਧਮਕੀ ਦੀ ਗੱਲਾਂ ਕਰਦਾ ਆ, ਜਾਂ ਕਹਿੰਦਾ ਮੇਰਾ ਮਨ ਬੁਝਿਆ ਰਹਿੰਦਾ, ਮੈਨੂੰ ਕੋਈ ਚੰਗਾ ਨਹੀਂ ਲੱਗਦਾ ਆ, ਮੇਰਾ ਮਨ ਕਰਦਾ ਮੈਂ ਸਰੀਰ ਛੱਡਦਾ ਜਾਂ ਮੈਂ ਫਾਹਾ ਲੈ ਲਾਂ, ਤਾਂ ਉਹਨੂੰ ਬਿਨਾਂ ਦੇਰੀ ਦੇ ਮੈਂਟਲ ਹਸਪੀਟਲ ਲੈ ਕੇ ਆਓ। ਹੋ ਸਕਦਾ ਆ ਉਹਦੀ ਜਾਨ ਬਚ ਜਾਏ।
ਇਹ ਡਾਕਟਰ ਸੁਰਿੰਦਰ ਨੇ ਇੱਕ ਬੜੀ ਵਧੀਆ ਗੱਲ ਕਹੀ ਕਿ ਜੇ ਕੋਈ ਵਿਅਕਤੀ ਮਰਨ ਦੀ ਗੱਲ ਕਰਦਾ ਹੈ, ਸੁਸਾਈਡ ਕਰਨ ਦੀ ਗੱਲ ਕਰਦਾ ਹੈ ਜਾਂ ਇਕੱਲਾ ਬੈਠਦਾ ਹੈ, ਕਿਸੇ ਨਾਲ ਗੱਲ ਨਹੀਂ ਕਰਦਾ, ਤੇ ਉਹਨੂੰ ਤੁਰੰਤ ਮੈਂਟਲ ਹਸਪੀਟਲ ਲਿਆਂਦਾ ਜਾਵੇ। ਕੈਮਰਾਮੈਨ ਪਰਮਿੰਦਰ ਦੇ ਨਾਲ ਔਨ 에ਅਰ ਲਈ ਨਿਤਿਨ ਲੂਥਰਾ, ਅੰਮ੍ਰਿਤਸਰ।